Hello, dear students. How are you? Hope you are doing good. ਅੱਜ ਅਸੀਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਕਾਰਨੋਟਸ ਹੀਟ ਇੰਜਨ। ਦੇਖੋ ਹੀਟ ਇੰਜਨ ਨੂੰ ਅਸੀਂ ਪਹਿਲਾਂ ਡਿਫਾਈਨ ਕਰ ਚੁੱਕੇ ਹਾਂ ਕਿ ਵਟ ਇਜ਼ ਹੀਟ ਇੰਜਨ। ਹੀਟ ਇੰਜਨ ਇਜ਼ ਅ ਡਿਵਾਈਸ, ਇੱਕ ਡਿਵਾਈਸ ਹੈ ਵਿਚ ਕਨਵਰਟਸ ਹੀਟ ਇਨਟੂ ਵਰਕ, ਜੋ ਕਿ ਹੀਟ ਨੂੰ ਵਰਕ ਦੇ ਵਿੱਚ ਕਨਵਰਟ ਕਰਦਾ ਹੈ। ਠੀਕ ਹੈ, ਤਾਂ ਇਹ ਅਸੀਂ ਦੱਸਿਆ ਸੀ ਕਿ ਜੋ ਹੀਟ ਇੰਜਨ ਹੈ ਉਹ 100% ਆਫ ਹੀਟ ਨੂੰ ਵਰਕ ਦੇ ਵਿੱਚ ਕਨਵਰਟ ਨਹੀਂ ਕਰ ਸਕਦਾ। ਠੀਕ ਹੈ, ਇਹ ਆਲਰੇਡੀ ਅਸੀਂ ਲਾਸਟ ਟੌਪਿਕਸ ਦੇ ਵਿੱਚ, ਪਿਛਲੇ ਟੌਪਿਕਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਅੱਜ ਅਸੀਂ ਗੱਲ ਕਰਨੀ ਹੈ ਕਾਰਨੋਟਸ ਹੀਟ ਇੰਜਨ ਦੀ। ਇਸ ਨੂੰ ਇੱਕ ਆਈਡੀਅਲ ਹੀਟ ਇੰਜਨ ਵੀ ਕਿਹਾ ਜਾਂਦਾ ਹੈ ਕਿ ਕਾਰਨੋਟ ਨੇ ਇੱਕ ਸਾਈਕਲ ਡਿਵੈਲਪ ਕੀਤਾ, ਜਿਸ ਤਰ੍ਹਾਂ ਕਿ ਤੁਹਾਨੂੰ ਡਾਇਗਰਾਮ ਦੇ ਵਿੱਚ ਦਿਖਾਈ ਦੇ ਰਿਹਾ, ਜਿਸ ਨੂੰ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਸ ਦੀ। ਕਾਰਨੋਟ ਨੇ ਇੱਕ ਹੀਟ ਇੰਜਨ ਡਿਵੈਲਪ ਕੀਤਾ ਕਿ ਜਿਸ ਦੀ ਐਫੀਸ਼ੀਐਂਸੀ ਮੈਕਸਿਮਮ। ਠੀਕ ਹੈ, ਕਾਰਨੋਟ ਇੱਕ ਫ੍ਰੈਂਚ ਇੰਜੀਨੀਅਰ ਸੀ ਜਿਸਨੇ ਕਿ 1824 ਦੇ ਵਿੱਚ ਇੱਕ ਆਈਡੀਅਲ ਹੀਟ ਇੰਜਨ ਦਾ ਕਨਸੈਪਟ ਦਿੱਤਾ, ਵਿੱਚ ਉਸ ਤੋਂ ਉਸਨੇ ਕੀ ਐਕਸਪੈਕਟ ਕੀਤਾ ਜੀ, ਮੈਕਸਿਮਮ ਐਫੀਸ਼ੀਐਂਸੀ। ਕਿ ਉਸਦਾ ਕੁਝ ਸਾਈਕਲ ਇਸ ਤਰ੍ਹਾਂ ਦਾ ਬਣਾਇਆ ਗਿਆ ਕਿ ਉਸਦੀ ਜੋ ਐਫੀਸ਼ੀਐਂਸੀ ਹੈ that is a maximum, that is working between the two temperatures T1, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ of hot reservoir and T2, ਕਿ ਇਹ ਦੋ ਟੈਂਪਰੇਚਰਸ ਦੇ ਵਿੱਚ ਵਰਕ ਕਰ ਰਿਹਾ T1 ਤੇ T2 ਦੀ। ਠੀਕ ਹੈ ਜੀ, ਦੂਸਰੀ ਜੋ ਇਸਨੇ ਗੱਲ ਕੀਤੀ ਇੱਥੇ ਇੰਪੋਰਟੈਂਟ, ਉਹ ਕੀ ਸੀ ਕਿ ਇਸ ਦੇ ਵਿੱਚ ਡਿਸਿਪੇਸ਼ਨਸ ਨਹੀਂ ਹੋਣੀਆਂ ਚਾਹੀਦੀਆਂ, ਕਿ ਜੋ ਹੀਟ ਹੈ ਉਹ ਡਿਸਿਪੇਟ ਹੁੰਦੀ ਹੈ ਉਹ ਨਹੀਂ ਹੋਣੀ ਚਾਹੀਦੀ। ਤਾਂ ਉਸਨੇ ਇੱਕ ਰਿਵਰਸਿਬਿਲਿਟੀ ਦਾ ਕਨਸੈਪਟ ਦਿੱਤਾ। ਤਾਂ ਰਿਵਰਸ, ਇੱਥੇ ਦੋ ਚੀਜ਼ਾਂ ਇੰਪੋਰਟੈਂਟ ਹੈ ਜੀ ਜੋ ਐਕਸਪਲੇਨ ਕੀਤੀਆਂ ਗਈਆਂ, ਇੱਕ ਤਾਂ ਰਿਵਰਸਿਬਿਲਿਟੀ ਤੇ ਦੂਸਰੀ ਹੈ ਜੀ ਕੁਆਸੀ ਸਟੈਟਿਕ। ਦੋਨੋਂ ਵਰਡ ਮੈਂ ਤੁਹਾਨੂੰ ਥੋੜੇ ਐਕਸਪਲੇਨ ਕਰਦਾ ਕਿ ਕੁਆਸੀ ਸਟੈਟਿਕ ਕੀ ਹੈ। ਦੇਖੋ, ਜਦੋਂ ਕੋਈ ਹੀਟ ਇੰਜਨ ਵਰਕ ਕਰਦਾ ਨਾ, ਤਾਂ ਉਹਦੇ ਵਿੱਚ એનર્ਜੀ ਡਿਸਿਪੇਸ਼ਨਸ ਤਾਂ ਹੁੰਦੀਆਂ ਇਰਰਿਵਰਸਿਬਿਲਿਟੀ ਕਰਕੇ, ਕਿ ਸਿਸਟਮ ਉਸੇ ਟੈਂਪਰੇਚਰ ਤੇ ਵਾਪਸ ਨਹੀਂ ਆ ਰਿਹਾ। ਠੀਕ ਹੈ, ਉਸੇ ਸਟੇਟ ਦੇ ਵਿੱਚ ਵਾਪਸ ਨਹੀਂ ਆ ਰਿਹਾ। ਤੇ ਦੂਸਰਾ ਕਿ ਕੁਆਸੀ ਸਟੈਟਿਕ ਹੁੰਦਾ ਹੈ ਕਿ ਜਦੋਂ ਸਿਸਟਮ ਇੱਕ ਚੇਂਜ ਦੇ ਥਰੂ ਜਾ ਰਿਹਾ ਤੇ ਇਨ ਆਲ ਦਾ ਪੋਜੀਸ਼ਨਸ ਦੈਟ ਇਜ਼ ਐਟ ਇਕੁਇਲੀਬ੍ਰੀਅਮ, ਕੋਈ ਇਕੁਇਲੀਬ੍ਰੀਅਮ ਦੇ ਵਿੱਚ ਹੈ। ਠੀਕ ਹੈ, ਹੁਣ ਦੇਖੋ ਉਸਨੇ ਇੱਕ ਸਾਈਕਲ ਡਿਵੈਲਪ ਕੀਤਾ, ਜਿਸ ਤਰ੍ਹਾਂ ਇਹ ਸਾਈਕਲ ਸ਼ੋ ਹੋ ਰਿਹਾ ਹੈ ਕਿ ਉਹ ਇਹ ਚੇਂਜ ਹੈ, ਇਹਦੇ ਵਿੱਚ ਇਹ ਵਾਲਾ ਜੋ ਸਟੈਪ ਹੈ ਇਹ ਆਈਸੋਥਰਮਲ ਐਕਸਪੈਂਸ਼ਨ ਹੈ। ਠੀਕ ਹੈ, ਤਾਂ ਆਈਸੋਥਰਮਲ ਪ੍ਰੋਸੈਸ ਜਿਹੜੇ ਆ ਉਹ ਸਲੋ ਹੋ ਸਕਦੇ ਆ, ਤਾਂ ਉਹ ਕੁਆਸੀ ਸਟੈਟਿਕ ਹੋ ਸਕਦੇ ਆ। ਠੀਕ ਹੈ ਜੀ, ਦੂਸਰਾ ਜਿਹੜਾ ਸਟੈਪ ਹੈ ਇਹ ਐਡੀਆਬੈਟਿਕ ਐਕਸਪੈਂਸ਼ਨ ਹੈ। ਠੀਕ ਹੈ, ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਸਾਨੂੰ ਪਤਾ ਹੈ ਕਿ ਹੀਟ ਚੇਂਜ ਹੁੰਦੀ ਨਹੀਂ। ਠੀਕ ਹੈ, ਤਾਂ ਹੀਟ ਦੀ ਕੋਈ ਡਿਸਿਪੇਸ਼ਨ ਨਹੀਂ ਹੋਏਗੀ। ਤੀਸਰਾ ਜੋ ਸਟੈਪ ਹੈ that is ਆਈਸੋਥਰਮਲ ਕੰਪਰੈਸ਼ਨ। ਚੌਥਾ ਸਟੈਪ ਜੋ ਹੈ ਉਹ ਹੈ ਜੀ ਐਡੀਆਬੈਟਿਕ ਕੰਪਰੈਸ਼ਨ। ਠੀਕ ਹੈ, ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਫਿਰ ਹੀਟ ਜਿਹੜੀ ਹੈ ਲਾਸ ਨਹੀਂ ਹੋਏਗੀ। ਠੀਕ ਹੈ, ਤਾਂ ਉਸਨੇ ਕੀ ਕੀਤਾ ਜੀ, 4 ਸਟੈਪਸ ਦਾ ਮਤਲਬ ਇਹ 4 ਸਟੈਪਸ ਹੈ। ਮੈਂ ਫਿਰ ਦੁਬਾਰਾ ਲਿਖ ਰਿਹਾ ਇੱਥੇ, ਤਾਂ ਇਸ ਨੂੰ ਕਾਰਨੋਟ ਸਾਈਕਲ ਦਾ ਨਾਮ ਦਿੱਤਾ ਗਿਆ। ਠੀਕ ਹੈ, ਤਾਂ ਇਹ ਕਾਰਨੋਟ ਸਾਈਕਲ ਹੈ, ਕਾਰਨੋਟ ਸਾਈਕਲ। ਠੀਕ ਹੈ, ਜਾਂ ਇਸ ਨੂੰ ਕਾਰਨੋਟ ਆਪਰੇਸ਼ਨ ਵੀ ਕਹਿ ਦਿੰਦੇ ਆ। ਇਹਦੇ ਵਿੱਚ ਕੀ ਹੈ ਕਿ ਉਸਨੇ ਕਿਹਾ ਕਿ ਜੋ ਵਰਕਿੰਗ ਸਬਸਟੈਂਸ ਹੈ, ਜਿਸ ਤਰ੍ਹਾਂ ਅਸੀਂ 1 ਮੋਲ ਆਫ ਆਈਡੀਅਲ ਗੈਸ ਲੈਂਦੇ ਹਾਂ। ਠੀਕ ਹੈ, ਤਾਂ ਵਰਕਿੰਗ ਸਬਸਟੈਂਸ ਇਜ਼ ਗੋਇੰਗ ਥਰੂ ਦਾ ਚੇਂਜ ਆਫ 4 ਸਟੈਪਸ, ਜਿਹਦੇ ਵਿੱਚ ਫਸਟ ਹੈ ਆਈਸੋਥਰਮਲ ਐਕਸਪੈਂਸ਼ਨ, ਸੈਕਿੰਡ ਸਟੈਪ ਹੈ ਐਡੀਆਬੈਟਿਕ ਐਕਸਪੈਂਸ਼ਨ, ਕਿ ਪਹਿਲੇ ਦੋ ਸਟੈਪ ਐਕਸਪੈਂਸ਼ਨ ਦੇ ਹੈ, ਐਡੀਆਬੈਟਿਕ ਐਕਸਪੈਂਸ਼ਨ। ਨੰਬਰ 3 ਇਜ਼ ਆਈਸੋਥਰਮਲ ਕੰਪਰੈਸ਼ਨ, ਜਿਸ ਤਰ੍ਹਾਂ ਮੈਂ ਡਾਇਗਰਾਮ ਦੇ ਵਿੱਚ ਵੀ ਮਾਰਕ ਕੀਤਾ ਹੈ। ਤੇ ਫੋਰਥ ਸਟੈਪ ਹੈ ਐਡੀਆਬੈਟਿਕ ਕੰਪਰੈਸ਼ਨ। ਠੀਕ ਹੈ ਜੀ, ਇਹ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ। ਇਸ ਚੀਜ਼ ਨੂੰ ਅਚੀਵ ਕਰਨ ਲਈ ਕਾਰਨੋਟ ਨੇ ਕੁਝ ਆਈਡੀਅਲ ਇਕਵਿਪਮੈਂਟ ਅਜ਼ਿਊਮ ਕੀਤਾ, ਕਿ ਜਿਸ ਦੇ ਵਿੱਚ ਜੋ ਸੋਰਸ ਹੈ, ਜਿਹਦੇ ਵਿੱਚ ਅਸੀਂ ਅਜ਼ਿਊਮ ਕਰਦੇ ਹਾਂ ਕਿ ਫਸਟ ਜੋ ਸਾਡੇ ਕੋਲੇ ਸੋਰਸ ਹੈ ਉਹ ਹਾਈ ਟੈਂਪਰੇਚਰ ਤੇ ਅਸੀਂ ਲੈਣੇ ਹੁੰਦੇ ਆ। ਇਟ ਇਜ਼ ਐਟ ਹਾਈ ਟੈਂਪਰੇਚਰ, it is at high temperature T1। ठीक है, उसने अज्यूम किया कि it has infinite thermal capacity। मतलब ये है कि
ਜਦੋਂ ਅਸੀਂ ਇਸ ਤੋਂ ਹੀਟ ਐਬਜ਼ੌਰਬ ਕਰਾਂਗੇ, ਜਦੋਂ ਵਰਕਿੰਗ ਸਬਸਟੈਂਸ ਇਸ ਤੋਂ ਹੀਟ ਐਬਜ਼ੌਰਬ ਕਰੇਗਾ ਤਾਂ ਇਹਦੇ ਟੈਂਪਰੇਚਰ ਦੇ ਵਿੱਚ ਕੋਈ ਚੇਂਜ ਨਹੀਂ ਆਏਗੀ। ਠੀਕ ਹੈ, ਉਸ ਦੀ ਥਰਮਲ ਕੈਪੈਸਿਟੀ ਇਨਫਾਈਨਾਈਟ ਹੈ ਕਿ ਉਸ ਤੋਂ ਜਿੰਨੀ ਮਰਜ਼ੀ ਹੀਟ ਲਈ ਜਾ ਸਕਦੀ ਹੈ। ਠੀਕ ਹੈ, ਤਾਂ ਆਈਡੀਅਲ ਹੀਟ ਇੰਜਨ ਹੈ ਨਾ, ਇਸ ਲਈ ਇਸ ਤਰ੍ਹਾਂ ਦਾ ਕੁਛ ਇਹਦੇ ਵਿੱਚ ਅਜ਼ਿਊਮ ਕੀਤਾ ਜਾ ਰਿਹਾ ਹੈ। ਸੈਕਿੰਡ, ਜੋ ਵਰਕਿੰਗ ਸਬਸਟੈਂਸ ਹੈ, ਤਾਂ ਵਰਕਿੰਗ ਸਬਸਟੈਂਸ ਅਸੀਂ ਪਹਿਲਾਂ ਵੀ ਕੀ ਲੈਣੇ ਹੁੰਦੇ ਹਾਂ ਜੀ, 1 ਮੋਲ ਆਫ ਆਈਡੀਅਲ ਗੈਸ। ਠੀਕ ਹੈ, ਗੈਸ ਇਨ ਅ ਸਿਲੰਡਰ ਫਿਟਡ ਵਿਦ ਪਿਸਟਨ, ਕਿ ਜਿਸ ਨੂੰ ਅਸੀਂ ਪਿਸਟਨ ਦੇ ਨਾਲ ਫਿਟ ਕੀਤਾ ਹੋਇਆ ਹੈ। ਠੀਕ ਹੈ, ਤੀਸਰਾ ਕੀ ਹੈ ਕਿ ਸਿੰਕ ਹੈ। ਠੀਕ ਹੈ, ਸਿੰਕ ਜਿਹੜਾ ਹੈ ਇਹ ਕੋਲਡ ਰੈਜ਼ਰਵਾਇਰ ਹੁੰਦਾ ਹੈ। ਇਟ ਇਜ਼ ਐਟ ਲੋ ਟੈਂਪਰੇਚਰ T2, ਇਟ ਇਜ਼ ਐਟ ਲੋ ਟੈਂਪਰੇਚਰ T2, T2 ਟੈਂਪਰੇਚਰ ਤੇ ਹੈ, ਲੋ ਟੈਂਪਰੇਚਰ ਹੈ। ਇਟ ਆਲਸੋ ਹੈਜ਼ ਇਨਫਾਈਨਾਈਟ ਥਰਮਲ ਕੈਪੈਸਿਟੀ। ਥਰਮਲ ਕੈਪੈਸਿਟੀ ਦਾ ਫਿਰ ਉਹੀ ਕਨਸੈਪਟ ਹੈ ਜੀ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸੋਰਸ ਦੇ ਵਿੱਚ ਕਿ ਇਸ ਨੂੰ ਜਿੰਨਾ ਮਰਜ਼ੀ ਤੁਸੀਂ ਹੀਟ ਦੇਈ ਜਾਓ, ਇਸ ਦਾ ਟੈਂਪਰੇਚਰ T2 ਤੋਂ ਚੇਂਜ ਨਹੀਂ ਕਰੇਗਾ। ਠੀਕ ਹੈ, ਤੇ ਨੰਬਰ 4 ਹੈ ਜੀ ਸਾਡੇ ਕੋਲੇ, ਇੱਥੇ ਅਸੀਂ ਇੱਕ ਹੋਰ ਪਾਰਟ ਲੈ ਰਹੇ ਹਾਂ, ਇੱਕ ਇਨਸੂਲੇਟਿੰਗ ਪੈਡ ਯੂਜ਼ ਕਰ ਰਹੇ ਹਾਂ। ਜਦੋਂ ਵੀ ਕੋਈ ਅਸੀਂ ਐਡੀਆਬੈਟਿਕ ਚੇਂਜ ਲੈ ਕੇ ਆਣੀ ਹੈ ਨਾ, ਤੇ ਜੋ ਸਿਲੰਡਰ ਹੈ ਉਸਨੂੰ ਇਨਸੂਲੇਟਿੰਗ ਪੈਡ ਦੇ ਉੱਪਰ ਪਲੇਸ ਕਰ ਦਿੰਦੇ ਆ। ਇਹ ਫॉर ਐਡੀਆਬੈਟਿਕ ਪ੍ਰੋਸੈਸ ਹੈ, ਕਿ ਫॉर ਐਡੀਆਬੈਟਿਕ ਜੋ ਚੇਂਜ ਲੈ ਕੇ ਆਣੀ ਹੈ ਅਸੀਂ, ਜਿਵੇਂ ਕਿ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਫਰੋਮ P2 V2 T2 ਤੋਂ, ਜੇ ਮੈਂ ਡਾਇਗਰਾਮ ਦੇ ਵਿੱਚ ਮਾਰਕ ਕਰਾਂ ਤਾਂ ਜੋ ਇਹ ਵਾਲਾ ਪੋਰਸ਼ਨ ਹੈ, ਇਹ ਵਾਲਾ ਇਹ ਐਡੀਆਬੈਟਿਕ ਚੇਂਜ ਹੈ। ਤੇ ਇਹਦੇ ਵਿੱਚ ਜਦੋਂ ਅਸੀਂ ਸਿਲੰਡਰ ਦੀ ਗੱਲ ਕਰ ਰਹੇ ਹਾਂ, ਜਿਹੜੇ ਅਸੀਂ ਗੈਸ ਜੋ ਆਈਡੀਅਲ ਕੰਟੇਨ ਕਰ ਰਿਹਾ ਹੈ, ਤਾਂ ਉਸਨੂੰ ਅਸੀਂ ਇਨਸੂਲੇਟਿੰਗ ਪੈਡ ਦੇ ਉੱਪਰ ਪਲੇਸ ਕਰ ਦਿਆਂਗੇ। ਠੀਕ ਹੈ, ਕਿਉਂਕਿ ਸਿਲੰਡਰ ਦੀਆਂ ਵਾਲਸ ਜੋ ਅਸੀਂ ਲੈ ਰਹੇ ਹਾਂ ਉਹ ਲੈ ਰਹੇ ਹਾਂ ਐਡੀਆਬੈਟਿਕ, ਕਿ ਵਾਲਸ ਤੋਂ ਪਹਿਲਾਂ ਹੀਟ ਐਕਸਚੇਂਜ ਨਹੀਂ ਹੋ ਰਹੀ, ਤੇ ਜੋ ਉਸਦੀ ਬਾਟਮ ਹੈ, ਉਸਦਾ ਜੋ ਬੇਸ ਹੈ, ਉਹਦੇ ਵਿੱਚੋਂ ਹੀਟ ਐਕਸਚੇਂਜ ਹੋ ਸਕਦੀ ਹੈ ਇਕੱਲੀ ਆਈਸੋਥਰਮਲ ਪ੍ਰੋਸੈਸ ਲਈ। ਠੀਕ ਹੈ, ਤਾਂ ਹੁਣ ਇਹ ਚਾਰੋਂ ਜਿਹੜੇ ਪ੍ਰੋਸੈਸ ਹੈ, ਆਈਸੋਥਰਮਲ ਐਕਸਪੈਂਸ਼ਨ, ਐਡੀਆਬੈਟਿਕ ਐਕਸਪੈਂਸ਼ਨ, ਆਈਸੋਥਰਮਲ ਕੰਪਰੈਸ਼ਨ, ਐਡੀਆਬੈਟਿਕ ਕੰਪਰੈਸ਼ਨ, ਇਹਦੇ ਵਿੱਚ ਕਿੰਨਾ ਵਰਕ ਡਨ ਹੁੰਦਾ ਹੈ ਇਹ ਅਸੀਂ ਦੇਖਣਾ ਹੈ ਜੀ। ਠੀਕ ਹੈ, ਇਹ ਅਸੀਂ ਕੈਲਕੂਲੇਟ ਕਰਨਾ ਹੈ ਨੈਕਸਟ ਸਟੈਪਸ ਦੇ ਵਿੱਚ। ਇਹਨਾਂ ਨੂੰ ਮੈਂ ਹੁਣ ਮਾਰਕ ਕਰ ਰਿਹਾ A B C ਤੇ D। ਤਾਂ ਜਿਹੜਾ ਫਸਟ ਸਟੈਪ ਹੈ ਆਈਸੋਥਰਮਲ ਐਕਸਪੈਂਸ਼ਨ ਹੈ, ਜੋ ਉਸ ਦੇ ਵਿੱਚ ਵਰਕ ਡਨ ਕਿੰਨਾ ਹੋਏਗਾ। ਠੀਕ ਹੈ, ਤਾਂ ਜਦੋਂ ਐਕਸਪੈਂਡ ਕਰਦੀ ਹੈ ਗੈਸ ਤਾਂ ਉਹ ਹੀਟ ਐਬਜ਼ੌਰਬ ਕਰਦੀ ਹੈ, ਤਾਂ ਉਸਨੂੰ ਅਸੀਂ ਸੋਰਸ ਦੇ ਉੱਪਰ ਪਲੇਸ ਕਰਦੇ ਹਾਂ। ਤਾਂ ਫਸਟ ਸਟੈਪ ਦੇ ਵਿੱਚ ਜੋ ਆਈਸੋਥਰਮਲ ਐਕਸਪੈਂਸ਼ਨ ਹੈ, ਤਾਂ ਉਸ ਦੇ ਵਿੱਚ ਕੀ ਹੋਏਗਾ ਕਿ ਜੋ ਸਿਲੰਡਰ ਹੈ ਉਸਨੂੰ ਅਸੀਂ ਸੋਰਸ ਦੇ ਉੱਪਰ ਪਲੇਸ ਕਰਾਂਗੇ। ਸਿਲੰਡਰ ਨੂੰ ਅਸੀਂ ਸੋਰਸ ਦੇ ਉੱਪਰ ਪਲੇਸ ਕਰਾਂਗੇ ਤੇ ਉਹ Q1 ਹੀਟ ਐਬਜ਼ੌਰਬ ਕਰੇਗਾ। ਦੇਖੋ ਜੋ ਫਸਟ ਲਾਅ ਆਫ ਥਰਮੋਡਾਇਨਾਮਿਕਸ ਹੈ ਉਹ ਦੱਸਦਾ ਜੀ dQ ਇਜ਼ ਇਕੁਅਲ ਟੂ du ਪਲਸ dW। ਠੀਕ ਹੈ, ਕਿਉਂਕਿ ਇਹਦੇ ਵਿੱਚ ਟੈਂਪਰੇਚਰ ਨਹੀਂ ਚੇਂਜ ਕਰ ਰਿਹਾ। ਦੇਖੋ ਟੈਂਪਰੇਚਰ A ਤੋਂ ਲੈ ਕੇ B ਤੱਕ ਜੋ ਚੇਂਜ ਹੋ ਰਹੀ ਹੈ ਉਹਦੇ ਵਿੱਚ ਟੈਂਪਰੇਚਰ T1 ਹੈ ਸੇਮ। ਜਦੋਂ ਟੈਂਪਰੇਚਰ ਚੇਂਜ ਨਹੀਂ ਕਰਦਾ ਤਾਂ ਇੰਟਰਨਲ એનર્ਜੀ ਚੇਂਜ ਨਹੀਂ ਕਰਦੀ, ਤਾਂ ਇੰਟਰਨਲ એનર્ਜੀ ਚੇਂਜ ਕਿੰਨੀ ਹੋਏਗੀ 0। ਠੀਕ ਹੈ, ਤਾਂ dQ ਕਿਸ ਦੇ ਇਕੁਅਲ ਹੋਏਗਾ dW, ਮਤਲਬ ਜੋ ਅਸੀਂ ਹੀਟ ਦੇ ਰਹੇ ਹਾਂ Q1 that is converted into work done, ਤਾਂ work done ਹੀਟ ਦੇ ਇਕੁਅਲ ਹੋਏਗਾ ਇਸ ਕੇਸ ਦੇ ਵਿੱਚ। ਠੀਕ ਹੈ ਜੀ, ਤਾਂ ਇਸ ਸਟੈਪ ਦਾ ਜੋ ਵਰਕ ਡਨ ਹੈ ਉਹ ਕਿਸ ਦੇ ਇਕੁਅਲ ਹੋ ਜਾਏਗਾ। ਫਿਰ ਦੇਖੋ ਅਸੀਂ ਡਾਇਰੈਕਟ ਲਿਖ ਰਹੇ ਹਾਂ ਕਿ ਵਰਕ ਡਨ W1 ਇਜ਼ ਇਕੁਅਲ ਟੂ ਹੀਟ ਐਬਜ਼ੌਰਬਡ Q1, ਤੇ ਇਸ ਦਾ ਵਰਕ ਡਨ ਕਿਸ ਦੇ ਇਕੁਅਲ ਹੁੰਦਾ ਹੈ ਆਈਸੋਥਰਮਲ ਪ੍ਰੋਸੈਸ ਦਾ। ਇਹ ਅਸੀਂ ਕੀਤਾ ਸੀ ਕਿ RT1 log base E V2 divided by V1। ਦੇਖੋ ਇਹ ਫਾਰਮੂਲਾ ਅਸੀਂ ਪਹਿਲਾਂ ਕਰ ਚੁੱਕੇ ਹਾਂ। ਠੀਕ ਹੈ, ਵਰਕ ਡਨ ਦਾ। ਸੈਕੰਡ ਸਟੈਪ ਹੈ ਐਡੀਆਬੈਟਿਕ ਐਕਸਪੈਂਸ਼ਨ। ਕਿ ਐਡੀਆਬੈਟਿਕ ਐਕਸਪੈਂਸ਼ਨ ਦੇ ਵਿੱਚ ਕੀ ਹੋਏਗਾ ਜੀ, ਹੁਣ ਦੇਖੋ ਜੋ ਸਿਲੰਡਰ ਹੈ ਉਸਨੂੰ ਅਸੀਂ ਪਲੇਸ ਕਰਾਂਗੇ ਇਨਸੂਲੇਟਿੰਗ ਪੈਡ ਦੇ ਉੱਪਰ, ਤੇ ਆਪਣੇ ਆਪ ਗੈਸ ਜਿਹੜੀ ਹੈ ਉਹ ਆਪਣੀ ਇੰਟਰਨਲ એનર્ਜੀ ਦੇ ਐਕਸਪੈਂਸ ਤੇ ਐਕਸਪੈਂਡ ਕਰੇਗੀ, ਮਤਲਬ ਉਹਦੇ ਵਿੱਚ ਹੀਟ ਅਬਜ਼ੌਰਬ ਨਹੀਂ ਹੋਏਗੀ ਹੁਣ। ਤਾਂ ਵਰਕ ਡਨ ਕਿੰਨਾ ਹੋਏਗਾ। ਠੀਕ ਹੈ, ਜੇ ਅਸੀਂ ਫਿਰ ਫਸਟ ਲਾਅ ਆਫ ਥਰਮੋਡਾਇਨਾਮਿਕਸ ਯੂਜ਼ ਕਰੀਏ dQ ਇਜ਼ ਇਕੁਅਲ ਟੂ du ਪਲਸ dW, ਤਾਂ ਦੇਖੋ ਹੀਟ ਦੀ ਜਿਹੜੀ ਚੇਂਜ ਹੈ ਉਹ 0 ਹੋਏਗੀ, dQ 0 ਹੋ ਜਾਏਗਾ। ਤਾਂ ਜਦੋਂ ਵਰਕ ਡਨ ਹੋਏਗਾ ਤਾਂ du ਇੰਟਰਨਲ એનર્ਜੀ ਡਿਕਰੀਜ਼ ਕਰੇਗੀ।
ठीक है। तो इसलिए उसका टेम्परेचर चेंज करेगा फ्रॉम T1 टू T2। वर्क डन किस ਦੇ ਇਕੁਅਲ ਹੋਏਗਾ? वर्क डन इज इक्वल टू एडियाबैटिक प्रोसेस ਦਾ ਅਸੀਂ वर्क डन करते ਹੁੰਨੇ ਆ R T1 माइनस T2 डिवाइडेड बाय गामा माइनस 1। ठीक है जी, ਇਹ वर्क डन ਹੁੰਦਾ ਹੈ ਜੀ ਐਡੀਆਬੈਟਿਕ ਐਕਸਪੈਂਸ਼ਨ ਦੇ ਵਿੱਚ। थर्ड स्टैप जो है जी इसਦੇ ਵਿੱਚ ਉਹ ਹੈ ਆਈਸੋਥਰਮਲ ਕੰਪਰੈਸ਼ਨ। तो जो ਆਈਸੋਥਰਮਲ ਕੰਪਰੈਸ਼ਨ ਹੈ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਸਿਲੰਡਰ ਨੂੰ ਅਸੀਂ ਪਲੇਸ ਕਰਦੇ ਹਾਂ ਪਲੇਸਡ ਔਨ ਸਿੰਕ, ਕਿ ਉਸ ਨੂੰ ਅਸੀਂ ਸਿੰਕ ਦੇ ਵਿੱਚ ਪਲੇਸ ਕਰਾਂਗੇ, ਸਿੰਕ ਦੇ ਉੱਪਰ ਪਲੇਸ ਕਰ ਦਿਆਂਗੇ ਕਿਉਂਕਿ ਉਸਨੇ ਇਸ ਪ੍ਰੋਸੈਸ ਦੇ ਵਿੱਚ ਹੀਟ ਰਿਜੈਕਟ ਕਰਨੀ ਹੈ। ਤਾਂ ਹੀਟ ਕਿਸ ਨੂੰ ਦੇਗਾ? ਸਿੰਕ ਨੂੰ ਦੇਗਾ। ਕੰਪਰੈਸ਼ਨ ਦੇ ਵਿੱਚ ਜੋ ਹੀਟ ਪ੍ਰੋਡਿਊਸ ਹੋਏਗੀ ਆਈਸੋਥਰਮਲ ਪ੍ਰੋਸੈਸ ਦੇ ਵਿੱਚ ਉਹ ਸਿੰਕ ਨੂੰ ਦੇਗਾ। ਤਾਂ W1 ਕਿਸ ਦੇ ਇਕੁਅਲ ਹੋ ਜਾਏਗਾ ਫਿਰ? W3 ਜੋ ਵਰਕ ਡਨ ਹੈ। ਤਾਂ W3 is equal to Q2, ठीक है, is equal to RT2 log E, ये होएगा जी V4 by V3। ठीक है, क्योंकि वर्क डन नेगेटिव होएगा। ठीक है, ਇਹਦੇ ਵਿੱਚ ਨੈਗੇਟਿਵ ਸਾਈਨ ਆਏਗਾ, ਕੰਪਰੈਸ਼ਨ ਹੈ ਤਾਂ ਇਸ ਲਈ ਜਦੋਂ ਇਹ ਨੈਗੇਟਿਵ ਸਾਈਨ ਨੂੰ ਅਸੀਂ ਲੌਗ ਦੇ ਵਿੱਚ ਕੰਜ਼ਿਊਮ ਕਰਾਂਗੇ ਕਿਉਂਕਿ ਲੌਗ A over B ਇਹ ਹੁੰਦਾ ਜੀ log A minus B। ठीक है, तो जो बाहर नैगेटिव साइन आ जाएगा इस दे सारे दे, इनके बाहर नैगेटिव आ जाएगा, इनके बाहर नैगेटिव आ जाएगा, तो ये बन जाएगा जी log B माइनस log A। तो इसमें लिखांगे जी log B over A। तो log A over B बन जाएगा जी log B over A। ठीक है, तो इसमें असी चेंज कर देंगे जी log V3 by V4 की बजाय इसमें कर देंगे जी log V3 by V4। ठीक है, तो ये हो जाएगा जी RT2 log E V3 by V4। ठीक है, गिव इट नंबर 3। ठीक है जी, फोर्थ प्रोसेस जो है दैट इज एडियाबैटिक कंप्रैशन। एडियाबैटिक प्रोसेस ਦੇ ਵਿੱਚ ਕੀ ਹੋਏਗਾ ਜੀ ਫਿਰ ਅਸੀਂ ਜੋ ਸਿਲੰਡਰ ਹੈ ਉਸ ਨੂੰ ਕਾਹਦੇ ਤੇ ਪਲੇਸਡ ਕਰਾਂਗੇ? ਸਿਲੰਡਰ ਇਜ਼ ਪਲੇਸਡ ਔਨ ਇਨਸੂਲੇਟਿੰਗ ਪੈਡ ਕਿਉਂਕਿ ਹੀਟ ਐਬਜ਼ੌਰਬ ਜਾਂ ਇਵੋਲਵ ਨਹੀਂ ਹੋਏਗੀ ਇਹਦੇ ਵਿੱਚੋਂ। ਤੇ ਜੋ ਵਰਕ ਡਨ ਹੈ ਤਾਂ ਵਰਕ ਡਨ ਇਸ ਦੇ ਵਿੱਚ ਹੀਟ ਦੇ ਇਕੁਅਲ ਨਹੀਂ ਹੋਏਗਾ। ਵਰਕ ਡਨ ਕਿਸ ਦੇ ਐਕਸਪੈਂਸ ਤੇ ਹੁੰਦਾ ਹੈ? ਵਰਕ ਡਨ ਹੁੰਦਾ ਜੀ ਜੋ ਇਸ ਦੇ ਵਿੱਚ ਇੰਟਰਨਲ એનર્ਜੀ ਦੇ ਐਕਸਪੈਂਸ ਤੇ, ਜਿਵੇਂ ਅਸੀਂ ਇਹ ਉੱਪਰ ਇਕੁਏਸ਼ਨ ਲਿਖੀ ਸੀ ਇਹ ਵਾਲੀ ਇਕੁਏਸ਼ਨ ਜੀ। ठीक है ना, तो वर्क डन किस दे इक्वल हो जाएगा? तो वर्क डन इज इक्वल टू नेगेटिव ऑफ R T2 माइनस T1 ओवर गामा माइनस 1। ठीक है, तो जो नैगेटिव साइन को कंज्यूम करांगे तो ये हो जाएगा जी R T1 माइनस T2 ओवर गामा माइनस 1। गिव इट नंबर 4। तो चारों स्टैप्स ਦੇ वर्क डन ਨੂੰ ਅਸੀਂ ਐਡ ਕਰ ਦਿਆਂਗੇ ਤੇ ਸਾਡੇ ਕੋਲ ਟੋਟਲ ਪ੍ਰੋਸੈਸ ਜੋ ਹੈ A to B, B to C, C to D, D to A ਸਾਡੇ ਕੋਲ वर्क डन ਆ ਜਾਏਗਾ। ਠੀਕ ਹੈ, ਤਾਂ ਦੇਖੋ ਜੀ ਹੁਣ ਅਸੀਂ ਨੈਕਸਟ ਸਟੈਪ ਦੇ ਵਿੱਚ ਚਾਰੋਂ वर्क डन ਨੂੰ ਐਡ ਕਰਦੇ ਹਾਂ। ਟੋਟਲ वर्क डन, टोटल वर्क डन हो जाएगा जी W इज इक्वल टू W1 प्लस W2। ये दो प्रोसैस जो है एक्सपेंशन अंदर वर्क ऐड हो जाएगा, जो कंप्रेशन है उन्होंने वर्क जो है वो सबट्रैक्ट हो जाएगा। ठीक है, जो ਅਸੀਂ ਚਾਰੋਂ वर्क डन पुट करांगे ਤੁਸੀਂ देखो W2 ਤੇ W4 जो है ਉਹਨਾਂ ਦੀ ਵੈਲਿਊ ਬਿਲਕੁਲ ਸੇਮ ਹੈ। ਠੀਕ ਹੈ ਨਾ, R T1 T2 upon gamma minus 1 ਤੇ ਇਹਦੇ ਵਿੱਚ ਵੀ ਦੇਖੋ ਜੀ R T1 T2 upon gamma minus 1। ਤੇ ਜਦੋਂ ਇਹ ਦੋਨੋਂ W2 ਤੇ W4 ਇਕੁਅਲ ਹੈ ਤਾਂ ਕੀ ਹੋ ਜਾਣਗੇ? ਇਹ ਕੈਂਸਲ ਹੋ ਜਾਣਗੇ। ਠੀਕ ਹੈ ਜੀ, W2 ਤੇ W4 ਕੈਂਸਲ ਹੋ ਜਾਣਗੇ, ਸਾਡੇ ਕੋਲ ਬਚ ਜਾਏਗਾ W1 W3। ਤਾਂ ਟੋਟਲ वर्क डन ਕਿੰਨਾ ਹੋ ਜਾਏਗਾ ਜੀ ਜਦੋਂ ਅਸੀਂ ਵੈਲਿਊ ਪੁੱਟ ਕਰਾਂਗੇ? W1 ਦੇਖੋ ਕਿਸ ਦੇ ਇਕੁਅਲ ਹੈ? W1 is equal to Q1 from equation 1। W3 is equal to Q2। वर्क डन आ जाएगा जी Q1 माइनस Q2। ਤੇ ਐਫੀਸ਼ੀਐਂਸੀ ਕਿਸ ਦੇ ਇਕੁਅਲ ਹੁੰਦੀ ਹੈ? ਐਫੀਸ਼ੀਐਂਸੀ ਹੁੰਦੀ ਹੈ ਜੀ 1 ਮਾਈਨਸ Q2 ਬਾਈ Q1। ਇਹ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਜੀ। ਹੁਣ ਅਸੀਂ ਐਫੀਸ਼ੀਐਂਸੀ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨੈਕਸਟ ਸਟੈਪ ਦੇ ਵਿੱਚ ਦੇਖੋ ਟੂ ਕੈਲਕੂਲੇਟ ਦਾ ਐਫੀਸ਼ੀਐਂਸੀ ਅਸੀਂ ਕਿਵੇਂ ਸੋਲਵ ਕਰਦੇ ਹਾਂ। एफिशिएंसी ਅਸੀਂ कैलकुलेट की है कि ईटा इज इक्वल टू 1 माइनस Q2 बाय
Q1 ਤੇ ਲਾਸਟ ਸਟੈਪਸ ਦੇ ਵਿੱਚ ਅਸੀਂ ਦੱਸਿਆ ਕਿ Q1 ਜਿਹੜਾ ਹੈ ਉਹ ਕਿਸ ਦੇ ਇਕੁਅਲ ਹੈ, ਉਹ W1 ਦੇ ਇਕੁਅਲ ਹੈ ਤੇ Q2 ਜਿਹੜਾ ਹੈ ਉਹ W3 ਦੇ ਇਕੁਅਲ ਹੈ। ਤੇ ਜੇ ਅਸੀਂ ਵੈਲਿਊਜ਼ ਪੁੱਟ ਕਰੀਏ ਤੇ ਕੀ ਬਣ ਜਾਏਗਾ 1 ਮਾਈਨਸ Q2 ਜੋ ਹੈ ਉਹ W3 ਦੇ ਇਕੁਅਲ ਸੀ ਤੇ W3 ਕਿਸ ਦੇ ਇਕੁਅਲ ਸੀ, ਇਹ ਸੀਗਾ ਜੀ RT2 log E V3/V4। तो जो Q1 है दैट इज इक्वल टू RT1 log E V2/V1। ठीक है, इसनों ਅਸੀਂ नंबर दे ਦਿੰਨੇ ਆ जी 1। ठीक है, ਹੁਣ देखो जे ਅਸੀਂ गल करिए चेंज फ्रॉम A to B, ठीक है, फिर B to C, फिर C to D। तो फ्रॉम A to B फॉर आइसोथर्मल एक्सपेंशन, आइसोथर्मल एक्सपेंशन की इक्वेशन की होंगी है P1 V1 इज इक्वल टू P2 V2। ठीक है, गिव इट नंबर 2। जे असी गल करिए जी फ्रॉम B to C, B to C की है फॉर एडियाबैटिक एक्सपेंशन, एडियाबैटिक एक्सपेंशन की इक्वेशन की होंगी है PV दी पावर गामा इज इक्वल टू कॉन्स्टेंट। ठीक है, या P1 V1 गामा इज इक्वल टू P2 V2 गामा, इतने पर P2 V2 गामा आएगा क्योंकि प्रोसेस P2 V2 तो स्टार्ट हो रहा है। P2 V2 गामा इज इक्वल टू P3 V3 गामा, गिव इट नंबर 3। अगला है जी फ्रॉम C टू D, ये केड़ा स्टेप है, ये स्टेप है जी फॉर आइसोथर्मल कंप्रैशन। इनदे विच फिर की होएगा जी P3 V3 तो P4 V4 जा रहा है तो P3 V3 इज इक्वल टू P4 V4। इनदे PV इज इक्वल टू कॉन्स्टेंट होंदी ना इक्वेशन जी। ठीक है, तो स्टेप 4 की है जी फ्रॉम D to A फॉर एडियाबैटिक कंप्रेशन P4 V4 इज इक्वल टू P1 V1। एडियाबैटिक है तो P4 V4 गामा इज इक्वल टू P1 V1 गामा, गिव इट नंबर 5। ਹੁਣ ਇਹਨਾਂ ਚਾਰਾਂ ਨੂੰ ਮਲਟੀਪਲਾਈ ਕਰ ਦਿਓ ਜੀ। ਮਲਟੀਪਲਾਈ ਇਕੁਏਸ਼ਨਸ ਕਿਹੜੀਆਂ ਇਕੁਏਸ਼ਨਸ ਜੀ, ਮਲਟੀਪਲਾਈ ਇਕੁਏਸ਼ਨ 2 3 4 ਐਂਡ 5, ਇਹਨਾਂ ਨੂੰ ਮਲਟੀਪਲਾਈ ਕਰ ਦੇਣਾ ਲੈਫਟ हैंड साइड ਨਾਲ। तो मैं पहले लैफ्ट हैंड साइड मल्टीप्लाई कर रहा P1 V1 पहली 2 नंबर इक्वेशन दी, फिर P2 V2 गामा 3 नंबर इक्वेशन दी, फिर P3 V3 4 नंबर इक्वेशन दी, तो P4 V4 गामा इज इक्वल टू P2 V2 P3 V3 गामा P4 V4 ते P1 V1 गामा। P1 देखो P1 P2 P3 P4 कटिया गया जी, इधरों भी देखो जी P1 P2 P3 P4। बाकी की बचया, बाकी बचया जी V1 V2 की पावर गामा V3 V4 की पावर गामा इज इक्वल टू V2 V3 की पावर गामा V4 ते V1 की पावर गामा। ठीक है जी, V2 की पावर गामा ते V4 की पावर गामा इधर ही पिया रहिंदी, एवें इधर V3 की पावर गामा ते V1 की पावर गामा इधर ही पिया रहिंदे। जिहड़ा V1 V3 सी इधर लैके डिवाइड कर दिओ V1 V3, ते जिहड़ा इधर V2 V4 सी वो इधर लैके डिवाइड कर दिओ जी। ठीक है, की बनेगा, ये बनेगा जी V2 की पावर गामा -1 V4 की पावर गामा -1 इज इक्वल टू V3 की पावर गामा -1 इंटू V1 की पावर गामा -1। गामा -1 पावर कॉमन हो जाएगी तो ये हो जाएगा जी V2 V4 की पावर गामा -1 इज इक्वल टू V3 V1 की पावर गामा -1। ठीक है, दोनों साइड से पावर गामा -1 कैंसल हो जाएगी तो बाकी बचेगा जी V2 V4 इज इक्वल टू V3 V1। तो जे इसनों डिवाइड करांगे तो ये बन जाएगा जी V2/V1 इज इक्वल टू V3/V4। ठीक है, तो याद है एफिशिएंसी का एक्सप्रैशन ਅਸੀਂ ਹੁਣੇ ਬਣਾਇਆ ਸੀ, एफिशिएंसी ਸੀਗੀ 1 - Q2/Q1। ठीक है, ਤੇ Q2/Q1 ਦੀ ਵੈਲਿਊ ਅਸੀਂ ਪੁੱਟ ਕੀਤੀ ਸੀਗੀ तो बन गई सी 1 - RT2 log E V3/V4
ਤੇ ਡਿਵਾਈਡਡ ਬਾਏ RT1 log E V2 ਬਾਏ V1। ਹੁਣ ਜੇ ਅਸੀਂ ਇਸ ਇਕੁਏਸ਼ਨ ਨੂੰ ਦੇਖੀਏ ਜੀ, ਇਕੁਏਸ਼ਨ ਨੰਬਰ 6 ਨੂੰ, ਤਾਂ V3 ਬਾਏ V4 ਜਿਹੜਾ ਹੈ V2 ਬਾਏ V1 ਦੇ ਇਕੁਅਲ ਹੈ। ਠੀਕ ਹੈ ਜੀ, V3 ਬਾਏ V4 ਜਿਹੜਾ ਹੈ V2 ਬਾਏ V1 ਦੇ ਇਕੁਅਲ ਹੈ ਫਰੋਮ ਇਕੁਏਸ਼ਨ ਨੰਬਰ 6। ਤਾਂ ਆਹ ਸਾਰੀ ਟਰਮ ਜਿਹੜੀ ਹੈ ਕੈਂਸਲ ਹੋ ਜਾਏਗੀ, R ਨਾਲ R ਪਹਿਲਾਂ ਹੀ ਕੈਂਸਲ ਕਰਤਾ ਸੀ ਅਸੀਂ। ਠੀਕ ਹੈ, ਤਾਂ ਈਟਾ ਕਿਸ ਦੇ ਇਕੁਅਲ ਹੋ ਜਾਏਗਾ? ਈਟਾ ਹੋ ਜਾਏਗਾ ਜੀ 1 ਮਾਈਨਸ T2 ਬਾਏ T1। ਇਹ ਐਕਸਪ੍ਰੈਸ਼ਨ ਅਸੀਂ ਪਹਿਲਾਂ ਹੀ ਦੱਸ ਚੁੱਕੇ ਸੀਗੇ, ਇਹਦਾ ਅਸੀਂ ਫਾਈਂਡ ਕੀਤਾ ਸੀ 1 ਮਾਈਨਸ Q2 ਬਾਈ Q1। ਤੇ ਇਹ ਦੱਸਦਾ ਸੀਗਾ ਵੀ ਜਿਹੜਾ Q2 ਬਾਈ Q1 ਹੈ ਨਾ, ਇਹ ਚੀਜ਼ ਅੱਗੇ ਜਾ ਕੇ ਪ੍ਰੂਵ ਕਰਕੇ ਸਾਡੇ ਕੋਲ ਕੀ ਬਣ ਜਾਂਦੀ ਹੈ ਜੀ, T2 ਬਾਈ T1 ਬਣ ਜਾਂਦੀ ਹੈ, ਹਨਾ। ਇਹ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਰੈਫਰੀਜਰੇਟਰ ਦੇ ਵਿੱਚ, ਤੁਹਾਨੂੰ ਯਾਦ ਹੋਵੇ। ਠੀਕ ਹੈ, ਤਾਂ ਇੱਥੇ ਵੀ ਅਸੀਂ ਆ ਦੇਖੋ ਜੀ, ਆ Q2 ਬਾਈ Q1 ਜਿਹੜਾ ਹੈ ਉਹ ਸਾਡਾ ਪ੍ਰੂਵ ਹੋ ਕੇ ਉਹ T2 ਬਾਈ T1 ਦੇ ਇਕੁਅਲ ਹੋ ਗਿਆ। ਤਾਂ ਇਹ ਸਾਡੇ ਕੋਲ ਫਾਈਨਲ ਐਕਸਪ੍ਰੈਸ਼ਨ ਹੈ ਜੀ ਐਫੀਸ਼ੀਐਂਸੀ ਦਾ, ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ, ਜੋ ਕਿ ਅਸੀਂ ਯੂਜ਼ ਕਰਿਆ ਕਰਾਂਗੇ। ਠੀਕ ਹੈ, ਤਾਂ ਹੁਣ ਤੁਸੀਂ ਇਸ ਨੂੰ ਸਮਝ ਲਓ ਧਿਆਨ ਨਾਲ। ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਐਫੀਸ਼ੀਐਂਸੀ ਜਿਹੜੀ ਹੈ 1 ਨਹੀਂ ਹੋ ਸਕਦੀ। ਠੀਕ ਹੈ, ਤਾਂ ਵਾਈ ਐਫੀਸ਼ੀਐਂਸੀ ਕੈਨ ਨਾਟ ਬੀ ਇਕੁਅਲ ਟੂ 1 ਕੁਐਸਚਨ ਆਉਂਦਾ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ कि वाई efficiency of heat engine cannot be 1 और 100%, या इसमें 100% कह दें असी। ठीक है, तो आंसर की आएगा जी, देखो आंसर इत्थों भी असी दे सकते हैं जी, ईटा 1 होने लिए T2 0 होना चाहिए कि फॉर ईटा इज इक्वल टू 1 T2 शुड बी 0 कैल्विन। कैल्विन ਦੇ ਵਿੱਚ ਹੈ ਟੈਂਪਰੇਚਰ ਇੱਥੇ, ਵਿਚ ਇਜ਼ ਨਾਟ ਪੋਸੀਬਲ। ਠੀਕ ਹੈ ਨਾ ਬਈ, ਇਹੋ ਜਿਹਾ ਸਿੰਕ ਅਸੀਂ ਨਹੀਂ ਬਣਾ ਸਕਦੇ, ਕਿਉਂਕਿ 0 ਕੈਲਵਿਨ ਤੇ ਜਾ ਕੇ ਸਾਰੇ ਮੋਸ਼ਨ ਖਤਮ ਹੋ ਜਾਂਦੇ ਆ ਜੀ, ਇੰਨਾ ਲੋ ਟੈਂਪਰੇਚਰ ਅਚੀਵ ਨਹੀਂ ਹੋ ਸਕਦਾ। ਤਾਂ ਐਫੀਸ਼ੀਐਂਸੀ ਜਿਹੜੀ ਆ ਉਹ 100% ਨਹੀਂ ਹੋ ਸਕਦੀ। ਠੀਕ ਹੈ ਜੀ, ਤਾਂ ਥੋੜਾ ਜਿਹਾ ਲੈਂਥੀ ਸੀਗਾ ਟੌਪਿਕ ਹੈ, ਬਟ ਸਟੈਪ ਬਾਏ ਸਟੈਪ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਈ ਹੋਪ ਕਿ ਤੁਹਾਨੂੰ ਇਹ ਟੌਪਿਕ ਜਿਹੜਾ ਉਹ ਸਮਝ ਲੱਗ ਗਿਆ ਹੋਵੇਗਾ। ਠੀਕ ਹੈ, ਫਿਰ ਵੀ ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ। ਸੋ ਆਲ ਦਾ ਬੈਸਟ, ਹੈਵ ਅ ਨਾਈਸ ਡੇ।